ਸਾਨੂੰ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਦੀਆਂ ਪਰਫਾਰਮੈਂਸਸ ਦੇਣੀਆਂ ਚਾਹੀਦੀਆਂ ਸੀ, ਸੋ ਅਸੀਂ ਦੇ ਰਹੇ ਹਾਂ। ਇਹ ਹਜੇ ਸ਼ੁਰੂਆਤ ਹੈ, ਇਸ ਵਾਰੀ ਸ਼ੁਰੂਆਤ ਕਰਦੇ ਹਾਂ 4 ਪ੍ਰੋਗਰਾਮਾਂ ਤੋਂ ਬਾਅਦ। ਜੇ ਲੱਗਦਾ ਹੋਇਆ ਕਿ ਪੋਜ਼ਿਟਿਵ ਮਾਹੌਲ ਜਾ ਰਿਹਾ ਤਾਂ ਹੋ ਸਕਦਾ ਅਸੀਂ ਵੀਕਲੀ ਇਹਨਾਂ ਭਰਾਵਾਂ ਨੂੰ ਬੇਨਤੀ ਕਰਿਆ ਕਰੀਏ ਕਿ ਰਲ ਮਿਲ ਕੇ ਸਾਰੇ ਅਸੀਂ ਹਰ ਵੀਕ ਇੱਦਾਂ ਦਾ ਕੋਈ ਪ੍ਰੋਗਰਾਮ ਕਰਿਆ ਕਰੀਏ। ਔਰ ਆਉਣ ਵਾਲੀ ਜਿਹੜੀ 26 ਤਰੀਕ ਹੈ, ਕਈ ਥਾਵਾਂ ਤੇ ਇਹ ਸੁਨੇਹੇ ਵੀ ਆ ਰਹੇ ਕਿ 26 ਤਰੀਕ ਇੱਦਾਂ ਲੈ ਰਹੇ ਆ ਪੰਜਾਬ ਦੇ ਵਿੱਚ ਲੋਕ, ਸਾਰੇ ਨਹੀਂ ਕਾਫੀ ਲੋਕ ਇੱਦਾਂ ਲੈ ਰਹੇ ਆ, ਪ੍ਰਚਾਰ ਇੱਦਾਂ ਦਾ ਹੋਇਆ ਪਿਆ ਕਿ ਜਿਵੇਂ 26 ਤਰੀਕ ਨੂੰ ਅਸੀਂ ਦਿੱਲੀ ਤੇ ਕੋਈ ਹਮਲਾ ਕਰਨਾ ਹੁੰਦਾ ਹੈ। ਬਾਪੂ ਰਾਜੇਵਾਲ ਸਾਹਿਬ ਦੀ ਸਪੀਚ ਸੁਣੀ ਆਪਾਂ ਸਭ ਨੇ, ਤੁਸੀਂ ਸਾਰਿਆਂ ਨੇ ਦਿਖਾਈ ਹੈ, ਸਾਰੀ ਦੁਨੀਆ ਨੇ ਦੇਖ ਲਈ, ਤਾਂ ਉਹ ਪੱਖ ਮੇਰੇ ਖਿਆਲ 'ਚ ਬਹੁਤ ਅਹਿਮ ਹੈ ਸਾਡੇ ਲਈ। ਕੋਈ ਅਸੀਂ ਉੱਥੇ ਲਾਲ ਕਿਲੇ ਦੀਆਂ ਇੱਟਾਂ ਨਹੀਂ ਲੈਣ ਚੱਲੇ, ਅੰਦੋਲਨ ਹੈ, ਸਬਰ ਨਾਲ ਚੱਲਣਾ ਪੈਣਾ। ਇਸ ਕਰਕੇ ਸਾਡੀ ਨੌਜਵਾਨੀ ਦੀ ਕੋਈ ਛੋਟੀ ਜਿਹੀ ਗਲਤੀ ਕਰਕੇ ਜੇ ਮੋਰਚੇ ਨੂੰ ਢਾਹ ਲੱਗਦੀ ਹੈ ਤਾਂ ਬਹੁਤ ਸਮੇਂ ਤੱਕ ਸਾਨੂੰ ਲਾਹਣਤਾਂ ਪੈਣਗੀਆਂ, ਸਾਡੀਆਂ ਜਥੇਬੰਦੀਆਂ ਨੂੰ ਜਵਾਬ ਦੇਣੇ ਪੈਣੇ ਆ। ਮੈਨੂੰ ਲੱਗਦਾ ਉਸ ਚੀਜ਼ ਦਾ ਜਵਾਬ ਹੋਣਾ ਹੀ ਨਹੀਂ ਫਿਰ ਕੋਈ। ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਇਸ ਟਾਈਮ ਤੇ ਇਹ ਸੈਂਸਿਟਿਵ ਮੋਡ ਹੈ ਇਸ ਮੋਰਚੇ ਦਾ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਹੋਕਾ ਦੇਣਾ ਚਾਹੀਦਾ ਕਿ ਭਾਈ ਹੱਲੇ ਗੁੱਲੇ ਦੀ ਕੋਈ ਪੋਜੀਸ਼ਨ। ਇਹ ਸਖਤੀ ਬਹੁਤ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਅਸੀਂ ਪੰਜਾਬੀ ਲੋਕ ਹੈ, ਅਸੀਂ ਅਗਰੈਸਿਵ ਹੁੰਦੇ ਹਾਂ। ਜਦੋਂ ਜ਼ਿਆਦਾ ਫੀਲਡਿੰਗ ਦੇਖਦੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਪੰਜਾਬੀ ਅਸੀਂ ਤੋੜਾਂਗੇ, ਤੇ ਸਰਕਾਰ ਬੇਸ਼ੱਕ ਇਸ ਵੇਲੇ ਇਹੀ ਚਾਹੁੰਦੀ ਹੈ ਕਿ ਤੋੜ ਦਿਓ। ਇਸ ਵੇਲੇ ਜੇ ਅਸੀਂ ਅਗਰੈਸਿਵ ਹੁੰਦੇ ਹਾਂ, ਬੈਰੀਕੇਡ ਤੋੜਦੇ ਹਾਂ, ਤਾਂ ਫਿਰ ਬਾਬਾ ਇੱਕੋ ਹੀ ਆਰਡਰ ਆਉਣਾ ਹੈ। ਅੱਜ ਇਸ ਪ੍ਰੈਸ ਕਾਨਫਰੰਸ ਦਾ ਸਾਡਾ ਇੱਕੋ ਹੀ ਮਕਸਦ ਹੈ, ਅਸੀਂ ਤੁਹਾਡੇ ਚੈਨਲਾਂ ਜ਼ਰੀਏ, ਤੁਹਾਡੇ ਭਰਾਵਾਂ ਜ਼ਰੀਏ ਇੱਕ ਸੁਨੇਹਾ ਘਰ ਘਰ 'ਚ ਪਹੁੰਚਾਉਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਜਿਹੜੇ 4 ਦਿਨ ਹੈ 18, 19, 20 ਤੇ 21, ਇਹਨਾਂ 4 ਦਿਨਾਂ ਦੇ ਵਿੱਚ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਸਰਤਾਜ ਫਾਊਂਡੇਸ਼ਨ ਵੱਲੋਂ ਜਾਂ ਪੀਰ ਬਾਬਾ ਬੁੱਧੂ ਸ਼ਾਹ ਫਾਊਂਡੇਸ਼ਨ ਵੱਲੋਂ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ 4 ਦਿਨਾਂ ਦੇ 4 ਪ੍ਰੋਗਰਾਮ ਦੇ ਰਹੇ ਹਾਂ ਚਾਰੇ ਬਾਰਡਰਾਂ ਤੇ। ਕੱਲ੍ਹ ਦਾ 18 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਇੱਥੇ ਹੋਊਗਾ ਸਿੰਘੂ ਬਾਰਡਰ ਤੇ, 19 ਤਰੀਕ ਵਾਲਾ ਗਾਜ਼ੀਪੁਰ ਹੋਊਗਾ, 20 ਤਰੀਕ ਵਾਲਾ ਟਿੱਕਰੀ ਬਾਰਡਰ ਤੇ ਹੋਊਗਾ, ਤੇ 21 ਨੂੰ ਹੋਊਗਾ ਸ਼ਾਹਜਹਾਂਪੁਰ। ਇਹਨਾਂ ਦਾ ਮਕਸਦ ਸਾਡਾ ਇਹ ਹੈ ਕਿ ਇੱਕ ਜਿਹੜਾ ਮਿਊਜ਼ਿਕਲੀ ਜਿਹੜੀ ਸਪੋਰਟ ਮਿਲੀ ਹੈ ਇਸ ਮੋਰਚੇ ਨੂੰ, ਉਹਨੂੰ ਅਸੀਂ ਹੋਰ ਗੂੜਾ ਕਰਨਾ ਚਾਹੁੰਦੇ ਹਾਂ, ਰੰਗ ਹੋਰ ਭਰਨੇ ਚਾਹੁੰਦੇ ਹਾਂ, ਬਸ਼ਰਤੇ ਕਿ ਜਿਹੜੇ ਕਨਸੈਪਟ ਆ ਸਾਡੇ ਗੀਤਾਂ ਦੇ ਸਬਜੈਕਟ ਹੈ ਜੋ ਅਸੀਂ ਸਾਰਿਆਂ ਨੇ ਹੁਣ ਤੱਕ ਗਾਏ ਆ ਉਹੀ ਗੀਤ ਗਾਵਾਂਗੇ। ਪਰ ਇਸ 'ਚ ਖੂਬੀ ਇਹ ਹੋਊਗੀ ਕਿ ਪ੍ਰੋਪਰ ਸਾਊਂਡ ਦੇ ਨਾਲ ਪ੍ਰੋਪਰ ਸਾਡਾ ਬੈਂਡ ਆਊਗਾ, ਉਹ ਪਹੁੰਚ ਗਿਆ ਅੱਜ। ਅਸੀਂ ਬੈਂਡ ਦੇ ਨਾਲ ਰੋਜ਼ ਸਾਡਾ 1 ਤੋਂ 4 ਵਜੇ ਤੱਕ ਦਾ ਟਾਈਮ ਰਹੂਗਾ, 1 ਤੋਂ 4 ਇਹ ਚਾਰੇ ਸਟੇਜਾਂ ਦੇ ਉੱਪਰ ਅਸੀਂ ਆਪਣੀ ਪਰਫਾਰਮੈਂਸ ਦੇਵਾਂਗੇ। ਗਲਬ ਹੋਊਗਾ, ਹਰਫ ਹੋਊਗਾ, ਮੈਂ ਗਾਊਂਗਾ, ਸੋਨੀਆ ਮਾਨਸਾ ਹੋਣਗੇ ਸਾਰੇ, ਹਰਿੰਦਰ ਸਾਡਾ ਭਰਾ ਹਜੇ ਨਹੀਂ ਪਹੁੰਚ ਸਕਿਆ, ਉਹ ਅਸੀਂ ਸਾਰੇ ਵੀਰ ਹੋਰਾਂ ਦੇ ਸਹਿਯੋਗ ਦੇ ਨਾਲ ਇਹ 3 ਘੰਟੇ ਦੀ ਪਰਫਾਰਮੈਂਸ ਹੋਇਆ ਕਰੂਗੀ। ਮਕਸਦ ਕੀ ਹੈ ਸਾਡਾ? ਮਕਸਦ ਇਹ ਹੈ ਕਿ ਇੱਕ ਤਾਂ ਜਿੱਦਾਂ ਯੰਗਸਟਰ ਸਾਡੇ ਸੰਗੀਤ ਦੇ ਸ਼ੌਕੀਨ ਹੈ, ਸਾਡਾ ਫਲਸਫਾ ਜਿਹੜਾ ਭਾਵੇਂ ਧਰਮ ਦਾ ਹੈ, ਭਾਵੇਂ ਰਾਜਨੀਤੀ ਹੈ, ਭਾਵੇਂ ਸਮਾਜ ਹੈ, ਸਭ ਪਾਸੇ ਅਸੀਂ ਸੰਗੀਤ 'ਚ ਹੀ ਲਾਮਬੰਦ ਹੋ ਕੇ ਚੱਲਦੇ ਹਾਂ। ਸਾਡੀ ਕੋਲੈਬੋਰੇਸ਼ਨ ਸੰਗੀਤ ਨਾਲ ਹੀ ਹੁੰਦੀ ਹੈ। ਇਸ ਮੋਰਚੇ ਨੇ ਵੀ ਇਸ ਗੱਲ ਦੀ ਹਾਮੀ ਭਰੀ ਹੈ ਕਿ ਸਾਡੀ ਇੰਡਸਟਰੀ ਨੇ ਬਹੁਤ ਮਾਣ ਰੱਖਿਆ, ਇਸ ਵਾਰੀ ਵੱਡੇ ਲੈਵਲ ਤੇ ਪਾਰਟਿਸਿਪੇਟ ਕੀਤਾ। ਸੋ ਇਸ ਕਰਕੇ ਮੋਰਚੇ ਦੇ ਵਿੱਚ ਵੀ ਇੱਕ ਹੋਰ ਲੈਵਲ ਆਇਆ। ਸਾਨੂੰ ਲੱਗਦਾ ਕਿ ਇਹਨਾਂ ਦਿਨਾਂ ਦੇ ਵਿੱਚ ਵੀ ਸਾਨੂੰ ਇਸ ਤਰ੍ਹਾਂ ਦੀਆਂ ਪਰਫਾਰਮੈਂਸਸ ਦੇਣੀਆਂ ਚਾਹੀਦੀਆਂ ਸੀ, ਸੋ ਅਸੀਂ ਦੇ ਰਹੇ ਹਾਂ। ਇਹ ਹਜੇ ਸ਼ੁਰੂਆਤ ਹੈ, ਇਸ ਵਾਰੀ ਸ਼ੁਰੂਆਤ ਕਰਦੇ ਹਾਂ 4 ਪ੍ਰੋਗਰਾਮਾਂ ਤੋਂ ਬਾਅਦ। ਜੇ ਲੱਗਦਾ ਹੋਇਆ ਕਿ ਪੋਜ਼ਿਟਿਵ ਮਾਹੌਲ ਜਾ ਰਿਹਾ ਤਾਂ ਹੋ ਸਕਦਾ ਅਸੀਂ ਵੀਕਲੀ ਇਹਨਾਂ ਭਰਾਵਾਂ ਨੂੰ ਬੇਨਤੀ ਕਰਿਆ ਕਰੀਏ ਕਿ ਰਲ ਮਿਲ ਕੇ ਸਾਰੇ ਅਸੀਂ ਹਰ ਵੀਕ ਇੱਦਾਂ ਦਾ ਕੋਈ ਪ੍ਰੋਗਰਾਮ ਕਰਿਆ ਕਰੀਏ। ਸੋ ਬਸ ਆਹ ਸਾਡਾ ਮਕਸਦ ਹੈ ਇਹਨਾਂ ਨੂੰ ਇਸ ਪ੍ਰੋਗਰਾਮ ਨੂੰ ਕਰਨ ਦਾ। ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਅਸੀਂ ਕਿ ਚਾਰੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਤੁਹਾਡਾ ਸਾਥ ਚਾਹੀਦਾ, ਕਿਉਂਕਿ ਹਰ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਰਹੂਗੀ ਕਿ ਜੇ ਕੱਲ੍ਹ ਨੂੰ ਮੰਨ ਲਓ ਇੱਥੇ ਸਿੰਘੂ ਬਾਰਡਰ ਤੇ ਕਰਦੇ ਹਾਂ, ਇੱਥੋਂ ਕਿਸਾਨ ਜਥੇਬੰਦੀਆਂ ਦਾ ਕੋਈ ਇੱਕ ਆਗੂ, ਕੋਈ ਸਿਆਣਾ ਆਗੂ ਉਸ 3 ਘੰਟਿਆਂ ਦੀ ਪਰਫਾਰਮੈਂਸ ਦੇ ਵਿੱਚ ਬੋਲੇ। ਔਰ ਆਉਣ ਵਾਲੀ ਜਿਹੜੀ 26 ਤਰੀਕ ਹੈ, ਕਈ ਥਾਵਾਂ ਤੇ ਇਹ ਸੁਨੇਹੇ ਵੀ ਆ ਰਹੇ ਕਿ 26 ਤਰੀਕ ਇੱਦਾਂ ਲੈ ਰਹੇ ਆ ਪੰਜਾਬ ਦੇ ਵਿੱਚ ਲੋਕ, ਸਾਰੇ ਨਹੀਂ ਕਾਫੀ ਲੋਕ ਇੱਦਾਂ ਲੈ ਰਹੇ ਆ, ਪ੍ਰਚਾਰ ਇੱਦਾਂ ਦਾ ਹੋਇਆ ਪਿਆ ਕਿ ਜਿਵੇਂ 26 ਤਰੀਕ ਨੂੰ ਅਸੀਂ ਦਿੱਲੀ ਤੇ ਕੋਈ ਹਮਲਾ ਕਰਨਾ ਹੁੰਦਾ। ਸੋ ਇਸ ਤਰ੍ਹਾਂ ਦਾ ਕੋਈ ਭਾਵ ਨਹੀਂ ਹੈ, ਪੀਸਫੁਲ ਪ੍ਰੋਟੈਸਟ ਹੈ, ਜਥੇਬੰਦੀਆਂ ਦੀ ਅਗਵਾਈ ਹੈ, ਉਹਨਾਂ ਦੇ ਨਿਯਮਾਂ ਦਾ ਪਾਲਣ ਹੋਣਾ ਹੈ, ਪਹਿਲਾਂ ਵੀ ਹੋਇਆ, ਹੁਣ ਵੀ ਹੋਣਾ ਤੇ ਅੱਗੇ ਵੀ ਹੁੰਦਾ ਰਹੂਗਾ। ਸੋ ਸਾਡਾ ਇਹ ਵੀ ਮਕਸਦ ਹੈ ਕਿ ਹਰ ਇੱਕ ਸਟੇਜ ਦੇ ਉੱਪਰ ਜਥੇਬੰਦੀਆਂ ਦੇ ਆਗੂ, ਸਿਆਣੇ ਆਗੂ ਆ ਕੇ ਗੱਲ ਰੱਖਣ ਆਪਣੀ, ਕਿਉਂਕਿ ਨੋ ਡਾਊਟ ਤੁਸੀਂ ਸੁਨੇਹਾ ਘਰ ਘਰ ਤੱਕ ਪਹੁੰਚਾਓਗੇ ਤਾਂ ਇੱਥੇ ਬਹੁਤ ਰਸ਼ ਇਕੱਠ ਹੋਣਗੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ। ਸੋ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਸਟੇਜਾਂ ਦੇ ਥਰੂ ਇੱਕ ਵੱਡਾ ਮੈਸੇਜ ਜਾਵੇ ਤੁਹਾਡੇ ਥਰੂ ਕਿ ਸਭ ਨੂੰ ਉਹ ਗੱਲ ਕਲੀਅਰ ਹੋ ਜਾਏ ਕਿ 26 ਤਰੀਕ ਨੂੰ ਇੱਕ ਪੀਸਫੁਲ ਪ੍ਰੋਟੈਸਟ ਦੇ ਮੱਦੇਨਜ਼ਰ ਰੱਖਦੇ ਹੋਏ ਇੱਕ ਬਹੁਤ ਸੋਹਣਾ ਸਿਆਣਾ ਮਾਰਚ ਹੋਣਾ, ਸਿਆਣੀ ਪਰੇਡ ਹੋਣੀ ਹੈ ਕਿਸਾਨਾਂ ਦੀ। ਸੋ ਉਹ ਵੀ ਸਾਡਾ ਮਕਸਦ ਹੈ। ਤੇ ਬਾਕੀ ਇਹ ਚਾਰੇ ਪ੍ਰੋਗਰਾਮ ਅਸੀਂ ਤੇ ਤੁਸੀਂ ਸਾਰੇ ਰਲ ਮਿਲ ਕੇ ਆਪਾਂ ਨਾਲ ਨਾਲ ਸਾਰੇ ਪ੍ਰੋਗਰਾਮ ਕਰਨੇ ਆ।
ਤੁਹਾਡਾ ਕੋਈ ਸਵਾਲ ਹੈ ਤਾਂ ਹੁਣ ਸਾਨੂੰ ਚਾਰਾਂ ਨੂੰ ਪੁੱਛ ਸਕਦੇ ਹੋ ਪੰਜ। ਬਿਲਕੁਲ ਵੱਡੇ ਬਾਈ, 4 ਮਹੀਨਿਆਂ ਤੋਂ ਇੱਕੋ ਹੀ ਸੁਨੇਹੇ ਨੇ ਜ਼ਿਆਦਾ ਕੰਮ ਕੀਤਾ, ਜਿਹੜਾ ਹਰ ਇੱਕ ਸਪੀਕਰ ਨੇ ਆਪਣੀ ਸਪੀਚ 'ਚ ਕਿਹਾ ਕਿ ਜੋਸ਼ ਤੇ ਹੋਸ਼ ਭਾਈ ਬਰਾਬਰ ਰੱਖਿਓ, ਔਰ ਉਹ ਰੱਖਿਆ ਵੀ ਹੈ ਮੇਰੇ ਖਿਆਲ ਯੰਗਸਟਰ ਨੇ। ਪਰ ਰੌਲਾ ਇਹ ਹੈ ਕਿ ਪ੍ਰਚਾਰ ਕਈ ਵਾਰੀ ਬਹੁਤ ਕੁਝ ਕਰਵਾ ਜਾਂਦਾ ਹੈ। ਹੁਣ ਵੀ ਅਸੀਂ 4-5 ਦਿਨ ਪੰਜਾਬ ਦੇ ਵਿੱਚ ਪ੍ਰੋਗਰਾਮ ਕਰਕੇ ਆਏ, ਅਨਾਉਂਸਮੈਂਟਾਂ ਕਰਕੇ ਆਏ ਹਾਂ। ਉੱਥੇ ਕੋਈ ਇਹ ਨਹੀਂ ਹੈ ਕਿ 100 ਚੋਂ ਕੋਈ 50% ਸੀ, ਨੋ 10-15% ਸੀ ਜਿਹੜੇ ਲੋਕਾਂ ਨੇ ਸਾਡੇ ਨੇੜੇ ਆ ਕੇ ਗੱਲਾਂ ਕੀਤੀਆਂ ਕਿ ਯਾਰ 26 ਆਖਰੀ ਤਰੀਕ ਹੈ ਅੰਦੋਲਨ ਦੀ। ਸਾਨੂੰ ਲੱਗਿਆ ਫਿਰ ਕਿ ਸਾਨੂੰ ਪ੍ਰੋਗਰਾਮਾਂ ਦੇ ਥਰੂ ਇਹ ਗੱਲ ਕਲੀਅਰ ਕਰਨੀ ਚਾਹੀਦੀ ਹੈ। ਹਾਲਾਂਕਿ ਜਥੇਬੰਦੀਆਂ ਆਲਰੇਡੀ ਕਲੀਅਰ ਕਰ ਰਹੀਆਂ, ਸਾਰੇ ਕਲੀਅਰ ਕਰ ਰਹੇ ਆ, ਵਿਦਵਾਨ ਲੋਕ ਕਰ ਰਹੇ ਆ, ਧਾਰਮਿਕ ਜਥੇਬੰਦੀਆਂ ਵੀ ਕਰ ਰਹੀਆਂ, ਪਰ ਸਾਨੂੰ ਲੱਗਦਾ ਸੀ ਅਸੀਂ ਗਵਾਈਏ ਆ। ਅਸੀਂ ਜਿਵੇਂ ਮਾਨ ਸਾਹਿਬ ਬੈਠੇ ਆ, ਇਹ ਫਿਲਮਾਂ ਵਾਲੀ ਦੁਨੀਆ 'ਚ ਅਸੀਂ ਰਲ ਮਿਲ ਕੇ ਸਾਰੇ ਭਰਾ ਵੀ ਜਿੰਨਾ ਮੈਸੇਜ ਜਾ ਸਕਦਾ ਹੈ ਕਿ ਪੀਸਫੁਲ ਪ੍ਰੋਟੈਸਟ। ਸਾਡੀ ਖੂਬਸੂਰਤੀ ਇਹ ਰਹੀ ਹੈ, ਤੁਸੀਂ ਵੀ ਸਾਰਿਆਂ ਨੇ ਹੁਣ ਅੱਖੀ ਦੇਖਿਆ, ਪਰਖਿਆ ਇਸ ਅੰਦੋਲਨ ਨੂੰ। ਅਸੀਂ ਜੇ ਹੁਣ ਇੱਥੋਂ ਤੱਕ ਆਏ ਆ ਤਾਂ ਉਹਦਾ ਸਭ ਤੋਂ ਮਜ਼ਬੂਤ ਪੱਖ ਹੀ ਇਹ ਸੀ ਕਿ ਇਹ ਪੀਸਫੁਲ ਪ੍ਰੋਟੈਸਟ ਹੈ। ਸੋ ਇਸ ਲੜੀ ਨੂੰ ਆਪਾਂ ਟੁੱਟਣ ਨਹੀਂ ਦੇਣਾ, ਸਾਰੇ ਭਰਾਵਾਂ ਨੇ ਰਲ ਕੇ ਆਪਾਂ ਸਾਥ ਦੇਣਾ ਇਹਨਾਂ ਸਾਰਿਆਂ ਦਾ, ਤੇ ਆਪਾਂ ਇਹਨਾਂ ਪ੍ਰੋਗਰਾਮਾਂ ਜ਼ਰੀਏ ਨਿੱਘਰ ਮੈਸੇਜ ਦੇਣਾ ਕਿ ਭਾਈ ਇਹ ਪੀਸਫੁਲ ਪ੍ਰੋਟੈਸਟ ਹੈ, ਸਿਆਣਪਣਾ ਚੱਲਣਾ ਤੇ ਆਗੂਆਂ ਦੇ ਪੱਖ 'ਚ ਚੱਲਣਾ ਜੀ। ਬਾਈ ਜੀ ਜਿਸ ਤਰੀਕੇ ਦੇ ਨਾਲ ਹੁਣ ਸਰ ਕਈ ਲੋਕਾਂ ਦੇ ਮਨ ਵਿੱਚ ਵਹਿਮ ਹੈ ਕਿ 26 ਤਰੀਕ ਨੂੰ ਝੰਡਾ ਚੜਾਉਣਾ ਲਾਲ ਕਿਲੇ ਦੇ ਕਿਸਾਨਾਂ, ਉਹ ਮਾੜਾ ਜਿਹਾ ਕਲੀਅਰ ਕਰ ਦਿਓ। ਨਹੀਂ ਬਿਲਕੁਲ ਨਹੀਂ ਇਦਾਂ ਦਾ। ਤੁਸੀਂ ਬਾਪੂ ਰਾਜੇਵਾਲ ਸਾਹਿਬ ਦੀ ਸਪੀਚ ਸੁਣੀ ਆਪਾਂ ਸਭ ਨੇ, ਤੁਸੀਂ ਸਾਰਿਆਂ ਨੇ ਦਿਖਾਈ ਹੈ, ਸਾਰੀ ਦੁਨੀਆ ਨੇ ਦੇਖ ਲਈ, ਤਾਂ ਉਹ ਪੱਖ ਮੇਰੇ ਖਿਆਲ 'ਚ ਬਹੁਤ ਅਹਿਮ ਹੈ ਸਾਡੇ ਲਈ। ਕੋਈ ਅਸੀਂ ਉੱਥੇ ਲਾਲ ਕਿਲੇ ਦੀਆਂ ਇੱਟਾਂ ਨਹੀਂ ਲੈਣ ਚੱਲੇ, ਅੰਦੋਲਨ ਹੈ, ਸਬਰ ਨਾਲ ਚੱਲਣਾ ਪੈਣਾ। ਏਕਾ ਤੇ ਸਬਰ ਜਿਤਾਉਂਦਾ ਮਿੱਤਰੋ ਵੀ ਜੰਗਾਂ ਨੂੰ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਸਾਡਾ ਇਖਲਾਕੀ ਫਰਜ਼ ਬਣਦਾ ਕਿ ਅਸੀਂ ਕੱਲੇ ਜ਼ਹਿਨ ਤੱਕ ਇਹ ਗੱਲ ਪਹੁੰਚਦੀ ਕਰਦੀ ਹੈ ਕਿ ਭਾਈ ਹੱਲੇ ਗੁੱਲੇ ਦੀ ਕੋਈ ਗੁੰਜਾਇਸ਼ ਨਹੀਂ ਇਹਦੇ 'ਚ, ਕਿਉਂਕਿ ਅਸੀਂ ਹਰ ਰੋਜ਼ ਬੋਲਦੇ ਹਾਂ ਜਿਸ ਲੈਵਲ ਦੀ ਡੋਨੇਸ਼ਨ ਆ ਰਹੀ ਹੈ ਇੱਥੇ। ਇੱਕ ਭਾਵਕ ਪੱਖ ਹੈ, ਮੈਂ ਤੁਹਾਡੇ ਜ਼ਰੀਏ ਪਹੁੰਚਾਉਣਾ ਚਾਹੁੰਦਾ। ਭਾਵਕ ਪੱਖ ਹੈ ਕਿ ਕਰੋੜਾਂ ਦਾ ਇੱਥੇ ਪਾਣੀ ਲੱਗ ਰਿਹਾ ਰੋਜ਼, ਔਰ ਲੋਕ ਆਪਣਾ ਖੂਨ ਪਸੀਨਾ ਇਸ ਅੰਦੋਲਨ ਨੂੰ ਭੇਜ ਰਹੇ ਆ, ਡੋਨੇਟ ਕਰ ਰਹੇ ਆ। ਸੋ ਇਸ ਕਰਕੇ ਸਾਡੀ ਨੌਜਵਾਨੀ ਦੀ ਕੋਈ ਛੋਟੀ ਜਿਹੀ ਗਲਤੀ ਕਰਕੇ ਜੇ ਮੋਰਚੇ ਨੂੰ ਢਾਹ ਲੱਗਦੀ ਹੈ ਤਾਂ ਬਹੁਤ ਸਮੇਂ ਤੱਕ ਸਾਨੂੰ ਲਾਹਣਤਾਂ ਪੈਣਗੀਆਂ, ਸਾਡੀਆਂ ਜਥੇਬੰਦੀਆਂ ਨੂੰ ਜਵਾਬ ਦੇਣੇ ਪੈਣੇ ਆ। ਮੈਨੂੰ ਲੱਗਦਾ ਉਸ ਚੀਜ਼ ਦਾ ਜਵਾਬ ਹੋਣਾ ਹੀ ਨਹੀਂ ਫਿਰ ਕੋਈ। ਸੋ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਇਸ ਟਾਈਮ ਤੇ ਇਹ ਸੈਂਸਿਟਿਵ ਮੋਡ ਹੈ ਇਸ ਮੋਰਚੇ ਦਾ। ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਹੋਕਾ ਦੇਣਾ ਚਾਹੀਦਾ ਕਿ ਭਾਈ ਹੱਲੇ ਗੁੱਲੇ ਦੀ ਕੋਈ ਪੋਜੀਸ਼ਨ ਨਹੀਂ ਇੱਥੇ ਨਹੀਂ ਜੀ। ਬਾਈ ਜੀ ਇਸ ਚੀਜ਼ ਨੂੰ ਕਿੱਦਾਂ ਵੇਖਦੇ ਆ? ਸ਼੍ਰੀ ਬਰਾੜ ਹੋਏ ਤੇ ਸੀਗੇ ਜਿਹੜੇ, ਉਹਨਾਂ ਤੇ ਵੀ ਪਰਚਾ ਹੋ ਗਿਆ ਤੇ ਹੁਣ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਉਹਨੇ ਨੋਟਿਸ ਭੇਜਿਆ, ਬਹੁਤ ਸਾਰੇ ਕਲਾਕਾਰਾਂ ਨੂੰ ਵੀ ਨੋਟਿਸ ਆਇਆ, ਤੇ ਕਲਾਕਾਰ ਭਾਈਚਾਰਾ ਕਿਸ ਤਰੀਕੇ ਨੂੰ ਵੇਖਦਾ ਇਹ ਚੀਜ਼? ਵੱਡੇ ਭਾਈ ਮੈਨੂੰ ਲੱਗਦਾ ਇਹ ਗਲਤਫਹਿਮੀ ਹੈ, ਅਫਵਾਹਾਂ ਨੇ। ਹਜੇ ਤੱਕ ਮੈਨੂੰ ਨਹੀਂ ਲੱਗਦਾ ਕਿਸੇ ਕਲਾਕਾਰ ਨੂੰ ਇਸ ਤਰ੍ਹਾਂ ਦਾ ਕੋਈ ਨੋਟਿਸ ਆਇਆ। ਹਾਂ, ਉਹ ਸ਼੍ਰੀ ਬਰਾੜ ਦਾ ਵੀ, ਉਹ ਸਾਡੇ ਭਰਾ ਦਾ ਜਿਹੜਾ ਮਸਲਾ ਸੀ, ਉਹ ਜਿਹੜਾ ਉਹਨਾਂ ਦਾ ਗੀਤ ਆਇਆ ਸੀ ਨੈਸ਼ਨਲ ਐਂਥਮ, ਉਸ ਗੀਤ ਨੂੰ ਲੈ ਕੇ ਕੋਈ ਪੰਗਾ ਨਹੀਂ ਸੀ। ਉਸ ਤੋਂ ਪਹਿਲਾਂ ਉਹਨਾਂ ਦਾ ਕੋਈ ਗੀਤ ਸੀ ਜਿੰਨਾ ਕੁ ਮੈਂ ਜਾਣਦਾ, ਉਸ ਤੋਂ ਪਹਿਲਾਂ ਮੇਰੇ ਖਿਆਲ 'ਚ ਮਹੀਨਾ ਡੇਢ ਮਹੀਨਾ ਪਹਿਲਾਂ ਦਾ ਕੋਈ ਗੀਤ ਉਹਨਾਂ ਦਾ ਰਿਲੀਜ਼ ਹੋਇਆ ਸੀ। ਉਸ ਗੀਤ ਨੂੰ ਲੈ ਕੇ ਜ਼ਰੂਰ ਸਵਾਲ ਸੀ, ਉਹਨਾਂ ਨੇ ਜਵਾਬ ਦਿੱਤਾ ਮੇਰੇ ਖਿਆਲ 'ਚ। ਹੁਣ ਤਾਂ ਉਹ ਉਹਨਾਂ ਦਾ ਸਾਰਾ ਫ੍ਰੀ ਹੋ ਗਿਆ ਕੰਮ। ਤੁਸੀਂ ਖੇਤਰੀ ਮੀਡੀਆ ਨੂੰ ਇਸ ਵੇਲੇ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਹੋ, ਕਿਉਂਕਿ ਖੇਤਰੀ ਮੀਡੀਆ ਵੀ ਕਿਸਾਨਾਂ ਨੂੰ ਸਪੋਰਟ ਕਰ ਰਿਹਾ ਹੈ, ਲੇਕਿਨ ਉਸੇ ਖੇਤਰੀ ਮੀਡੀਆ ਨੂੰ ਵੀ ਐਨਆਈਏ ਵੱਲੋਂ ਨੋਟਿਸ ਭੇਜੇ ਗਏ ਨੇ। ਉਹਨਾਂ ਦੇ ਮਸਲੇ ਲਈ ਕੀ ਕਹਿਣਾ ਚਾਹੋਗੇ? ਕਿਉਂਕਿ ਉਹਨਾਂ ਨੂੰ ਵੀ ਕਾਫੀ ਜਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਿਰਪੱਖ ਹੋਣਾ ਵੀ ਹੁਣ ਇੱਥੇ ਇੱਕ ਗਲਤ ਗੁਨਾਹ ਬਣ ਚੁੱਕਿਆ ਉਹ। ਦੇਖੋ ਇਸ ਵੇਲੇ ਸਭ ਤੋਂ ਵੱਡੀ ਧਿਰ ਜਥੇਬੰਦੀਆਂ ਪਿਛਲੇ 4 ਮਹੀਨਿਆਂ ਤੋਂ ਵਿਸ਼ਵਾਸਬੱਧ ਹੈ, ਪੂਰੇ ਯਕੀਨ ਨਾਲ ਰੋਹ ਨਾਲ ਇਹ ਗੱਲ ਸਾਡੇ ਕੰਨਾਂ 'ਚ ਪਾ ਰਹੀਆਂ। ਜਿਸ ਦਿਨ ਅਸੀਂ ਵੀ ਪਹਿਲੇ ਦਿਨ ਚੱਲੇ ਸੀ ਤਾਂ ਸਾਨੂੰ ਵੀ ਉਹਨਾਂ ਨੇ ਕੋਲੇ ਬਹਿ ਕੇ ਪੁੱਤਾਂ ਵਾਂਗੂ ਗੱਲ ਸਮਝਾਤੀ ਸੀ ਕਿ ਜੇ ਆਉਣ ਵਾਲੇ ਟਾਈਮ 'ਚ ਕੋਈ ਸਰਕਾਰਾਂ ਵੱਲੋਂ ਇਸ ਤਰ੍ਹਾਂ ਦਾ ਰੁਖ ਤੁਹਾਡੇ ਅਗੇਂਸਟ ਬਣਦਾ ਹੈ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ। ਸੋ ਬੇਸ਼ੱਕ ਸਾਡੇ ਕੋਈ ਪੱਤਰਕਾਰ ਭਰਾ ਤੇ ਮੀਡੀਆ ਤੇ ਕਿਸੇ ਵੀ ਪਾਸੇ ਇਸ ਤਰ੍ਹਾਂ ਦੀ ਹਵਾ ਆਉਂਦੀ ਹੈ ਤਾਂ ਜਥੇਬੰਦੀਆਂ ਵੀ ਖੜੀਆਂ, ਅਸੀਂ ਵੀ ਖੜੇ ਹਾਂ, ਤਾਂ ਤੁਸੀਂ ਯਕੀਨ ਕਰਿਓ ਕੱਲਾ ਕਿਸਾਨ ਇਸ ਮੁਲਕ ਦਾ ਤੁਹਾਡੇ ਨਾਲ ਖੜਾ ਹੈ। ਸਵੇਰੇ ਅਸੀਂ ਦੇਖ ਰਹੇ ਸੀਗੇ, ਤੁਸੀਂ ਵੀ ਦੇਖਿਆ ਹੋਣਾ, ਜਦੋਂ ਬੈਰੀਕੇਡਿੰਗ ਟੱਪ ਕੇ ਆਉਂਦੇ ਤੇ ਜਿਹੜੀ ਬੈਰੀਕੇਡਿੰਗ ਦੇ ਉੱਤੇ ਜਿਹੜੀ ਸੁਰੱਖਿਆ ਉਹ 3 ਗੁਣਾ ਕਰ ਦਿੱਤੀ ਗਈ ਹੈ। ਇਹਦਾ ਮਤਲਬ 26 ਜਨਵਰੀ ਦੀ ਤਿਆਰੀਆਂ ਇਸ ਪਾਸੇ ਤਾਂ ਹੋ ਰਹੀ ਹੈ, ਲੇਕਿਨ ਉਸ ਪਾਸੇ ਵੀ ਪੂਰੀ ਤਿਆਰੀ ਹੋ ਰਹੀ ਹੈ। ਪੰਜਾਬ ਵਿੱਚੋਂ ਜਦੋਂ ਕਿਸਾਨ ਆਏ ਸੀਗੇ, ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਸੀਗੀ, ਪਾਣੀ ਦੀਆਂ ਬਛਾਰਾਂ ਉਸੇ ਤਰ੍ਹਾਂ ਮਾਰੀਆਂ ਸੀਗੀਆਂ, ਤੇ ਹੁਣ ਜਿਹੜੀ ਸਰਕਾਰ ਹੈ ਉਹ ਹੋਰ ਸਖਤੀ ਵਾਪਰਦੀ ਨਜ਼ਰ ਆ ਰਹੀ ਹੈ। ਜਾਨੀ ਜਿਹੜਾ ਨੁਕਸਾਨ ਹੈ ਉਹ ਵੀ ਹੋ ਸਕਦਾ ਹੈ। ਇਸ ਸਖਤੀ ਨੂੰ ਤੁਸੀਂ 2 ਤਰੀਕੇ ਲੈ ਸਕਦੇ ਹੋ, ਅਸੀਂ ਵੀ ਲੈ ਰਹੇ ਹਾਂ। ਇਹ ਸਖਤੀ ਵੀ ਹੋ ਸਕਦੀ ਹੈ, ਇਹ ਸਖਤੀ ਬਹੁਤ ਵੱਡੀ ਸਾਜ਼ਿਸ਼ ਵੀ ਹੋ ਸਕਦੀ ਹੈ, ਕਿਉਂਕਿ ਅਸੀਂ ਪੰਜਾਬੀ ਲੋਕ ਹੈ, ਅਸੀਂ ਅਗਰੈਸਿਵ ਹੁੰਦੇ ਹਾਂ। ਜਦੋਂ ਜ਼ਿਆਦਾ ਫੀਲਡਿੰਗ ਦੇਖਦੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਪੰਜਾਬੀ ਅਸੀਂ ਤੋੜਾਂਗੇ, ਤੇ ਸਰਕਾਰ ਬੇਸ਼ੱਕ ਇਸ ਵੇਲੇ ਇਹੀ ਚਾਹੁੰਦੀ ਹੈ ਕਿ ਤੋੜਨ। ਇਸ ਵੇਲੇ ਜੇ ਅਸੀਂ ਅਗਰੈਸਿਵ ਹੁੰਦੇ ਹਾਂ, ਬੈਰੀਕੇਡ ਤੋੜਦੇ ਹਾਂ, ਤਾਂ ਫਿਰ ਬਾਬਾ ਇੱਕੋ ਹੀ ਆਰਡਰ ਆਉਣਾ ਹੈ ਨਾ। ਜਿਸ ਕਰਕੇ ਅਸੀਂ ਅਜੇ ਤੱਕ ਬੈਠੇ ਹਾਂ, ਸੁਪਰੀਮ ਕੋਰਟ ਨੂੰ ਜੇ ਹਜੇ ਤੱਕ ਇਹ ਕਹਿਣਾ ਪੈ ਰਿਹਾ ਕਿ ਨਹੀਂ ਭਾਈ ਇਹਨਾਂ ਨੂੰ ਕੋਈ ਨਹੀਂ ਠਾ ਸਕਦਾ, ਪੀਸਫੁਲ ਪ੍ਰੋਟੈਸਟ ਦੇ ਰਹੇ ਹੈ, ਤਾਂ ਉਹ ਅਸੀਂ ਆਪ ਚਾਂਸ ਦੇਵਾਂਗੇ। ਜੇ ਬੈਰੀਕੇਡ ਤੋਂ ਬੇਸ਼ੱਕ ਸਾਨੂੰ ਉਹ ਤੋੜਨ ਦੇਣਗੇ,
ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਉਹ ਸਾਨੂੰ ਰੋਕਣਗੇ ਨਹੀਂ, ਉਹ ਸਾਨੂੰ ਆਖਣਗੇ ਦਿੱਲੀ ਦੇ ਅੰਦਰ ਆਓ, ਆ ਕੇ ਜੋ ਤੁਸੀਂ ਕਰ ਸਕਦੇ ਹੋ ਹੱਲਾ ਗੁੱਲਾ ਕਰੋ। ਪਰ ਇਹ ਤੁਹਾਡੇ ਜ਼ਰੀਏ ਅਸੀਂ ਇਹੀ ਤਾਂ ਮੈਸੇਜ ਦੇਣਾ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਕਿ ਭਾਈ ਆਪਾਂ ਇਦਾਂ ਦੀ ਗੁਜਾਇਸ਼ ਦੇਣੀ ਨਹੀਂ। ਸਾਰੇ ਧੀਆਂ ਪੁੱਤ ਸਿਆਣੇ ਆ, ਬਜ਼ੁਰਗਾਂ ਦੀ ਜਿਹੜੀ ਆਗੂਆਂ ਦੀ ਜੋ ਹੁਣ ਤੱਕ ਦੀ ਨੀਤੀ ਹੈ ਉਹ ਬਹੁਤ ਨੇਕ ਨੀਤੀ ਹੈ, ਕੋਈ ਸਵਾਲ ਹੀ ਨਹੀਂ ਹੈ ਕਿਸੇ ਲਈ। ਸੋ ਇਸ ਕਰਕੇ ਆਪਾਂ ਉਹਨਾਂ ਚੀਜ਼ਾਂ ਵੱਲ ਖਾਸ ਖਿਆਲ ਰੱਖਣਾ ਹੈ। ਸਟੇਜਾਂ ਤੇ ਆਪਾਂ ਖਾਸ ਤੌਰ ਤੇ ਇਹ ਗੱਲਾਂ ਸਾਰੀਆਂ ਮੈਂਸ਼ਨ ਕਰਾਂਗੇ। ਇੱਕ ਵੇਲਾ ਸੀਗਾ ਜਦੋਂ ਕਿਸਾਨੀ ਗਾਣਿਆਂ ਨੂੰ ਜਦੋਂ ਰਿਲੀਜ਼ ਕੀਤਾ ਜਾਂਦਾ ਸੀਗਾ ਤੇ ਬਾਰ-ਬਾਰ ਬੇਨਤੀ ਕੀਤੀ ਜਾਂਦੀ ਸੀ ਕਿ ਵੀ ਇਹ ਗਾਣੇ ਵੀ ਸੁਣਿਆ ਕਰੋ। ਇਸ ਵੇਲੇ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਕਿਸਾਨੀ ਗਾਣੇ ਨੇ ਉਹ ਛਾਏ ਹੋਏ ਨੇ, ਜਿਹੜੀਆਂ ਗੱਡੀਆਂ ਨੇ ਉਹਨਾਂ ਵਿੱਚ ਵੀ ਛਾਏ ਹੋਏ ਨੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਇਸ ਬਦਲਾਅ ਨੂੰ ਕਿਵੇਂ ਦੇਖਦੇ ਹੋ? ਬਹੁਤ ਪੋਜ਼ਿਟਿਵ ਪੱਖ ਹੈ। ਪਿਛਲੇ ਦਿਨਾਂ 'ਚ ਇੱਕ ਪ੍ਰੋਗਰਾਮ ਤੇ ਮੈਂ ਸੰਗਤ ਨਾਲ ਗੱਲਾਂ ਕਰਦਾ ਸੀ। ਮੈਂ ਕਿਹਾ ਕਿ ਇਹਨਾਂ ਚੀਜ਼ਾਂ ਨੂੰ ਇਸ ਵਕਤ ਨੂੰ ਨੋਟ ਕਰੋ। 125 ਪਲੱਸ ਗਾਣੇ ਆਏ ਆ ਦੋਸਤੋ ਇਹਨਾਂ ਦਿਨਾਂ ਦੇ ਵਿੱਚ, ਸਿਰਫ ਕਿਸਾਨੀ ਨੂੰ ਲੈ ਕੇ ਸਮੁੱਚੀ ਇੰਡਸਟਰੀ ਵੱਲੋਂ, ਸਾਡੇ ਭੈਣ ਭਰਾਵਾਂ ਵੱਲੋਂ ਸਾਰੇ ਗੀਤ ਗਾਏ ਗਏ ਆ। ਇਹਦੇ 'ਚ ਇੱਕ ਗੱਲ ਜ਼ਰੂਰ ਦੇਖਣ ਨੂੰ ਮਿਲਦੀ ਹੈ ਕਿ ਪਹਿਲੀ ਧਿਰ ਕਿਹੜੀ ਹੈ। ਇਹ ਸਾਰੇ ਜੋ ਵੀ ਵਾਪਰਿਆ ਇਹਦੇ 'ਚ ਪਹਿਲੀ ਧਿਰ ਸਾਡਾ ਸਰੋਤਾ ਬਣ ਰਿਹਾ, ਦੂਜੀ ਧਿਰ ਕਲਾਕਾਰ ਬਣ ਰਿਹਾ। ਕਿਉਂਕਿ ਬੇਸ਼ੱਕ ਇਸ ਵੇਲੇ 4 ਮਹੀਨਿਆਂ ਤੋਂ ਸਾਰਾ ਸੂਬਾ ਹੈ ਕਿਸਾਨੀ ਦੇ ਰੰਗ 'ਚ ਰੰਗਿਆ ਹੋਇਆ ਹੈ, ਹੋਰ ਕੋਈ ਗੱਲ ਹੀ ਨਹੀਂ ਹੋ ਰਹੀ। ਸਿਰਫ ਬਿੱਲਾਂ ਦੀ ਗੱਲ ਹੋ ਰਹੀ ਹੈ, ਖੇਤਾਂ ਦੀ ਗੱਲ ਹੋ ਰਹੀ ਹੈ, ਮਿੱਟੀ ਦੀ ਗੱਲ ਹੋ ਰਹੀ ਹੈ, ਸਾਡੀ ਹੋਣ ਦੀ ਗੱਲ ਹੋ ਰਹੀ ਹੈ। ਇਸ ਕਰਕੇ ਕਿਸੇ ਸਿੰਗਰ ਦੀ ਹਜੇ ਤੱਕ ਹਿੰਮਤ ਨਹੀਂ ਪਈ ਕਿ ਕੋਈ ਦੂਜਾ ਤੀਜਾ ਗਾਣਾ ਗਾ ਦੇ। ਕਾਰਨ ਕੀ ਹੈ ਕਿ ਤੁਹਾਡੇ ਲੋਕਾਂ ਵੱਲੋਂ, ਸਾਰੇ ਸੂਬੇ ਵੱਲੋਂ ਰੰਗਤ ਚੜ੍ਹੀ ਗਈ ਹੈ। ਸੋ ਇਸ ਗੱਲ ਨੂੰ ਸਾਡੇ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਅਸੀਂ ਸੂਬੇ 'ਚ ਕ੍ਰੀਏਟ ਕਰਕੇ ਦੇਵਾਂਗੇ, ਆਰਟਿਸਟਾਂ ਨੇ ਉਸ ਤਰ੍ਹਾਂ ਦੇ ਲਫ਼ਜ਼ ਲੈ ਕੇ ਆਉਣੇ ਆ, ਉਸ ਤਰ੍ਹਾਂ ਦੇ ਕਨਸੈਪਟ ਲੈ ਕੇ ਆਉਣੇ ਆ। ਸੋ ਇਸ ਬਿੱਲ ਤੋਂ ਬਾਅਦ ਵੀ ਅਸੀਂ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਪੂਰੇ ਪੰਜਾਬ ਦੇ ਨੌਜਵਾਨਾਂ ਨੂੰ ਵੀ, ਸਾਡੇ ਘਰਾਂ 'ਚ ਬੈਠੇ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਪਾੜਿਆਂ ਨੂੰ, ਸਾਰਿਆਂ ਨੂੰ, ਨੇਕੀਆਂ ਨੂੰ, ਕਰਮੀਆਂ ਨੂੰ, ਧਰਮੀਆਂ ਨੂੰ, ਕਿ ਇਸ ਵਿਧ ਨੂੰ ਬਣਾ ਕੇ ਰੱਖਣ, ਸੂਬੇ 'ਚ ਉਸ ਤਰ੍ਹਾਂ ਦਾ ਕਲਚਰ ਡਿਵੈਲਪ ਕਰਕੇ ਰੱਖਣ ਜਿਹਦੇ ਲਈ ਅਸੀਂ ਰਿਸਪੌਂਸੀਬਲ ਹੋਈਏ। ਸਾਡੇ ਮਨ 'ਚ ਇੱਕ ਸਵਾਲ ਹੋਵੇ ਕਿ ਸਟੇਜ ਤੇ ਜਾ ਕੇ ਜੇ ਅਸੀਂ ਕੋਈ ਬੇਤੁਕੀਆਂ ਗੱਲਾਂ ਕਰਾਂਗੇ ਤਾਂ ਭਾਈ ਸਾਡੇ ਲੋਕ ਸਾਨੂੰ ਸਵਾਲ ਕਰਨਗੇ। ਸੋ ਇਹ ਸਮਾਂ ਸਿਖਾਉਣ ਵਾਲਾ ਸਮਾਂ ਹੈ, ਅਸੀਂ ਸਿੱਖ ਵੀ ਰਹੇ ਹਾਂ। ਔਰ ਆਉਣ ਵਾਲੇ ਟਾਈਮ 'ਚ ਅਸੀਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਦੇ ਹਾਂ ਕਿ ਅਸੀਂ ਸਾਰੇ ਗਵਈਏ ਜਿੰਨੇ ਭੈਣ ਭਰਾ ਹੈਗੇ ਆ, ਇਸ ਇੰਡਸਟਰੀ ਨਾਲ ਰਿਲੇਟ ਹੈ, ਅਸੀਂ ਸਾਰੇ ਇਹ ਆਪਣੇ ਮਨ 'ਚ ਗੱਲ ਲੈ ਕੇ ਚੱਲੀਏ ਕਿ ਆਉਣ ਵਾਲਾ ਟਾਈਮ ਹੈ, ਪੰਜਾਬ ਭਾਈ ਸਾਥੋਂ ਸਵਾਲ ਪੁੱਛੂਗਾ ਤੇ ਸਾਨੂੰ ਜਵਾਬ ਦੇਣੇ ਪੈਣਗੇ। ਤੁਸੀਂ ਸਾਰੇ ਇੱਥੇ ਮੌਜੂਦ ਹੋ, ਇਹ ਸਵਾਲ ਤੁਹਾਨੂੰ ਸਾਰਿਆਂ ਨੂੰ ਹੈਗਾ। ਜਦੋਂ ਅਸੀਂ ਕਿਸੇ ਮੋਰਚੇ ਦੇ ਅੱਗੇ ਲੀਡ ਕਰਦੇ ਹੋਏ ਨਜ਼ਰ ਆਉਂਦੇ ਹਾਂ, ਖਾਸ ਕਰਕੇ ਜਦੋਂ ਅਸੀਂ ਕਲਾਕਾਰ ਹੋਈਏ, ਮੋਢਿਆਂ ਦੇ ਉੱਤੇ ਨਾ ਇੱਕ ਰਿਸਪੌਂਸਿਬਿਲਟੀ ਆ ਜਾਂਦੀ ਹੈ, ਉਹ ਲੈ ਕੇ ਅੱਗੇ ਜਾਣਾ ਹੁੰਦਾ। ਕਿਉਂਕਿ ਸਾਰੇ ਨੌਜਵਾਨ ਇਸ ਵੇਲੇ ਤੁਹਾਨੂੰ ਵੇਖ ਕੇ ਅੱਗੇ ਵਧ ਰਹੇ ਨੇ, ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ, ਕੀ ਸੁਨੇਹਾ ਪਹੁੰਚਾਉਣਾ ਚਾਹੋਗੇ? ਬਸ ਸਭ ਨੂੰ ਇੱਕੋ ਹੀ ਬੇਨਤੀ ਹੈ ਕਿ ਨੌਜਵਾਨਾਂ ਦਾ ਆਉਣਾ, ਜਥੇਬੰਦੀਆਂ, ਆਗੂ ਵੀ ਬਹੁਤ ਖੁਸ਼ ਨੇ, ਸਮੁੱਚਾ ਪੰਜਾਬ ਖੁਸ਼ ਹੈ। ਸਾਡੇ NRI ਭਰਾ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੈ। ਬਾਹਰਲੇ ਮੁਲਕਾਂ 'ਚੋਂ ਵੀ ਜਿੰਨੇ ਕੁ ਲੋਕ ਆ ਸਕਦੇ ਆ ਉਹ ਬੇਸ਼ੱਕ ਆ ਰਹੇ ਆ। ਤਾਂ ਇੱਕੋ ਹੀ ਹੈ ਕਿ ਪੀਸਫੁਲ ਰਹੀਏ, ਬਸ ਅਸੀਂ ਪੀਸਫੁਲ ਰਹੀਏ, ਕਿਉਂਕਿ ਜਿਹੜੇ ਮੋੜ ਤੇ ਅਸੀਂ ਖੜੇ ਹਾਂ ਇਸ ਵੇਲੇ, ਇੱਥੇ ਹੱਲੇ ਗੁੱਲੇ ਦੀ ਗੁਜਾਇਸ਼ ਨਹੀਂ ਹੈ। ਇੱਥੇ ਸਾਡੀਆਂ ਭਾਵਨਾਵਾਂ ਨੂੰ, ਸਾਨੂੰ ਬਹੁਤ ਸਾਰੀਆਂ ਚੀਜ਼ਾਂ ਅੰਦਰ ਆਉਂਦੀਆਂ ਜ਼ਹਿਨ 'ਚ ਕਿ ਆਹ ਕਰ ਲਈਏ, ਆਹ ਕਰ ਲਈਏ, ਐਂ ਕਰ ਦਈਏ, ਨਹੀਂ, ਸਾਨੂੰ ਉਹਨਾਂ ਨੂੰ ਦੱਬ ਕੇ ਰੱਖਣਾ ਪੈਣਾ। ਇਸ ਵੇਲੇ ਸਮੇਂ ਦੇ ਹਾਣ ਦੇ ਹੋ ਕੇ ਚੱਲਣ ਦੀ ਲੋੜ ਹੈ। ਸਮਾਂ ਜੋ ਮੰਗ ਰਿਹਾ ਸਾਨੂੰ ਉਹ ਦੇਣਾ ਚਾਹੀਦਾ ਜੀ। ਜਾਣ ਤੋਂ ਪਹਿਲਾਂ ਇੱਕ ਸਵਾਲ ਹੋਰ ਹੋਏਗਾ, ਰੱਦ ਤੇ ਰੋਕ, ਇਹਨਾਂ ਦੋ ਸ਼ਬਦਾਂ ਨਾਲ ਪੂਰੇ ਦੇਸ਼ ਨੂੰ ਇਸ ਵੇਲੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਦੇਸ਼ ਦੇ ਲੋਕ ਜਿਹੜੇ ਇਸ ਵੇਲੇ ਸਰਕਾਰੀ ਮੀਡੀਆ ਦੇਖ ਰਹੇ ਨੇ, ਉਹਨਾਂ ਦੇ ਉੱਤੇ ਬਾਰ-ਬਾਰ ਇਹ ਦਰਸਾਇਆ ਜਾ ਰਿਹਾ ਵੀ ਰੋਕ ਲੱਗ ਚੁੱਕੀ ਹੈ, ਰੋਕ ਲੱਗ ਚੁੱਕੀ ਹੈ, ਲੇਕਿਨ ਉਹਨਾਂ ਨੂੰ ਰੋਕ ਤੇ ਰੱਦ ਦੇ ਵਿੱਚ ਜਿਹੜਾ ਅੰਤਰ ਹੈ ਉਹ ਨਹੀਂ ਸਮਝ ਆ ਰਿਹਾ। ਉਹਨਾਂ ਨੂੰ ਕੀ ਸਮਝ ਬੋਲਦੇ ਆਖਰੀ ਤੂੰ ਬੋਲਦੇ। ਜਿਹੜਾ ਤੁਸੀਂ ਕਹਿ ਰਹੇ ਹੋ ਵੀ ਹੋਲਡ ਕਰਨਾ ਚਾਹੁੰਦੀ ਹੈ ਸੁਪਰੀਮ ਕੋਰਟ, ਹਾਂਜੀ ਕਿਤੇ ਨਾ ਕਿਤੇ ਉਹੀ ਗੱਲ ਆ ਨਾ ਬਾਈ, ਅਸੀਂ ਬਾਰ-ਬਾਰ ਕਹਿੰਦੇ ਵੀ ਇਹੀ ਗੱਲ ਆ ਵੀ ਆਪਾਂ ਰੱਦ ਦੇ ਉੱਤੇ ਕਿਉਂ ਅੜੇ ਹੋਏ ਆ। ਮੈਂ ਇੱਕ ਦੱਸਣਾ ਚਾਹੁੰਦਾ ਅੱਜ ਮੀਡੀਆ ਦੇ ਜ਼ਰੀਏ, ਅੱਜ ਬਿਲ ਗੇਟਸ ਉਹਨਾਂ ਦਾ ਫੋਰਬਸ ਨੇ ਇੱਕ ਆਰਟੀਕਲ ਆ ਨਾ ਫੋਰਬਸ ਦੇ ਵਿੱਚ ਛਪਿਆ, ਉਹਦੇ ਵਿੱਚ ਅੱਜ ਛਪਿਆ ਵੀ 2.5 ਲੱਖ ਏਕੜ ਉਹਨਾਂ ਨੇ ਜ਼ਮੀਨ ਲਈ ਆ ਉੱਥੇ। ਤੇ ਉਸੇ ਮੈਨੂੰ ਲੱਗਦਾ ਵੀ ਸਾਜ਼ਿਸ਼ ਦੇ ਤਹਿਤ ਸਾਰੀ ਦੁਨੀਆ ਦੇ ਵਿੱਚ ਹੀ ਚੱਲ ਰਹੀ ਹੈ। ਪ੍ਰਾਈਵੇਟਾਈਜੇਸ਼ਨ ਆ ਜਿਹੜੀ, ਕੁਝ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਸਾਰੀ ਜ਼ਮੀਨ ਦਿੱਤੀ ਜਾ ਰਹੀ ਹੈ ਖੇਤੀ ਸੈਕਟਰ ਦੇ ਉੱਤੇ ਕਾਬਜ਼ ਹੋਣ ਵਾਸਤੇ ਨਾ। ਜੇ ਮੈਨੂੰ ਲੱਗਦਾ ਵੀ ਰੱਦ ਕਰਾਏ ਬਿਨਾਂ ਅਸੀਂ ਅੱਜ ਉੱਠਦੇ ਹਾਂ, ਐਡਾ ਵੱਡਾ ਅੰਦੋਲਨ, ਪਹਿਲਾਂ ਤਾਂ ਜਿਵੇਂ ਅਸੀਂ ਪਹਿਲਾਂ ਦੱਸ ਕੇ ਹਟੇ ਹਾਂ, ਕੱਲੇ ਬੰਦੇ ਦੀ ਇਨਵੈਸਟਮੈਂਟ ਆ, ਕਿਸੇ ਦੀ ਟਾਈਮ ਦੀ ਇਨਵੈਸਟਮੈਂਟ ਆ, ਕੋਈ ਆਪਦੀ ਹੱਕ ਹਲਾਲ ਦੀ ਕਮਾਈ ਦੇ ਵਿੱਚੋਂ ਕੱਢ ਕੇ ਦੇ ਰਿਹਾ ਪੈਸੇ ਨਾ, ਖੂਨ ਪਸੀਨੇ ਦੀ ਕਮਾਈ ਦੇ ਵਿੱਚੋਂ। ਤੇ ਤੁਸੀਂ ਸਾਰਾ ਮੀਡੀਆ, ਅਸੀਂ ਸਾਰੇ ਆਰਟਿਸਟ, ਕੋਈ ਵੀ ਲਾ ਲਓ, ਕੱਲਾ ਬੰਦਾ ਅੱਜ ਆਪਦਾ 100% ਦੇ ਰਿਹਾ ਨਾ। ਤੇ ਕੱਲ ਨੂੰ ਜੇ ਆਪਾਂ ਇੱਥੋਂ ਰੱਦ ਕਰਾਏ ਬਿਨਾਂ ਮੁੜ ਜਾਂਦੇ ਆ ਤਾਂ ਮੈਨੂੰ ਲੱਗਦਾ ਵੀ ਕਾਰਪੋਰੇਟਾਂ ਦਾ ਪੈਰ ਧਰਾਵਾ ਸਾਡੀਆਂ ਜ਼ਮੀਨਾਂ 'ਚ ਰਹਿੰਦਾ, ਉਹ ਗੱਲ ਉੱਥੇ ਹੀ ਖੜੀ ਰਹਿ ਜਾਂਦੀ ਹੈ। ਸੋ ਇੰਨੀਆਂ ਬੇਨਤੀਆਂ ਸੀ ਤੇ ਇੱਕ ਆਖਰੀ, ਹਾਂਜੀ ਕਿੱਦਾਂ, ਸਵਾਲ ਦੁਬਾਰਾ ਰਿਪੀਟ ਕਰਿਓ। ਔਰੰਗਜ਼ੇਬ ਦੇ ਟਾਈਮ ਤੇ ਰਾਈਟਰਾਂ ਨੂੰ, ਕਵੀਆਂ ਨੂੰ ਜਿਹੜਾ ਉਹਨੇ ਪਾਬੰਦੀ ਲਾਈ
ਜਾਂਦੀ ਸੀ ਤੇ ਬੰਦ ਕੀਤਾ ਜਾਂਦਾ ਸੀ। ਇੰਨੇ ਸਦੀਆਂ ਦੇ ਵਿੱਚ ਹੀ ਅੱਜ ਆਪਾਂ ਇਹੀ ਤਰੱਕੀ ਕੀਤੀ ਹੈ ਕਿ ਅੱਜ ਦੀ ਸਰਕਾਰਾਂ ਨੇ ਜਿਹੜੇ ਰਾਈਟਰਸ ਨੇ ਜਿਵੇਂ ਸ਼੍ਰੀ ਬਰਾੜ ਦੇ ਉੱਪਰ ਹੋਇਆ ਜਾਂ ਹੋਰ ਜਿਹੜੇ ਕਿਸਾਨੀ ਪੱਖਾਂ ਲਿਖਦੇ ਨੇ ਉਹਨਾਂ ਦੇ ਉੱਪਰ ਦੁਬਾਰਾ ਫੇਰ ਉਹ ਕਾਰਵਾਈਆਂ। ਮੈਂ ਇਸ ਗੱਲ ਨੂੰ ਪੋਜ਼ਿਟਿਵ ਲਾਉਂਗਾ ਕਿ ਆਖਰ ਬੋਲੇ ਤਾਂ ਸਹੀ, ਸਾਡੀ ਕਲਮ ਦੇ ਵਿੱਚੋਂ ਤਾਕਤ ਆਈ, ਸਾਡੀ ਕਲਮ ਦੇ ਵਿੱਚੋਂ ਹੌਸਲਾ ਤਾਂ ਆਇਆ, ਉਹ ਹਿੰਮਤ ਆਈ ਕਿ ਸਰਕਾਰਾਂ ਨੂੰ ਵੀ ਬੋਲਣ ਦੀ ਲੋੜ ਪੈ ਗਈ। ਨਹੀਂ ਤਾਂ ਹਜੇ ਤੱਕ ਸਾਨੂੰ ਸਿਰਫ ਨਚਾਰ ਕਿਹਾ ਗਿਆ ਕਿ ਇਹ ਪ੍ਰੋਗਰਾਮ ਕਰਦੇ ਹੁੰਦੇ ਆ, ਕਲਾਕਾਰ ਬਹੁਤ ਅਮੀਰ ਹੁੰਦੇ ਆ, ਇਹ ਬਹੁਤ ਪ੍ਰਾਈਵੇਸੀ ਰੱਖਦੇ ਹੁੰਦੇ ਆ, ਬੜੀ ਸੈਪਰੇਟ ਜੀ ਜ਼ਿੰਦਗੀ ਹੁੰਦੀ ਹੈ, ਜਦੋਂ ਘਰੋਂ ਨਿਕਲਦੇ ਆ ਹਾਲਾ ਲਾਲਾ ਹੋ ਜਾਂਦੀ ਹੈ, ਫੋਟੋਆਂ ਆਟੋਗ੍ਰਾਫ ਉਹੀ ਕਲਚਰ ਦੇਖਿਆ। ਅੱਜ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਮੁੰਡੇ ਉਸ ਤਰ੍ਹਾਂ ਦਾ ਲਿਖ ਰਹੇ ਆ, ਸਾਡੇ ਮੁੰਡੇ ਉਸ ਤਰ੍ਹਾਂ ਦਾ ਗਾ ਰਹੇ ਆ, ਉਸ ਤਰ੍ਹਾਂ ਦੀ ਪਰਫਾਰਮੈਂਸ ਦੇ ਰਹੇ ਆ, ਇਕੱਲਾ ਗਾ ਨਹੀਂ ਰਹੇ, ਨਾਲ ਸਪੀਚਾਂ ਦੇ ਰਹੇ ਆ, ਲੈਕਚਰ ਵੀ ਦੇ ਰਹੇ ਆ। ਸੋ ਇਹ ਆਉਣ ਵਾਲੇ ਟਾਈਮ ਦੇ ਲਈ ਬੜੀਆਂ ਪੋਜ਼ਿਟਿਵ ਗੱਲਾਂ ਹੈ। ਮੈਨੂੰ ਲੱਗਦਾ ਕਿ ਇੱਥੋਂ ਡਰਨ ਦੀ ਲੋੜ ਨਹੀਂ ਹੈ, ਹਾਕਮਾਂ ਤੋਂ ਡਰਨ ਦੀ ਲੋੜ ਨਹੀਂ ਹੈ, ਹੌਸਲੇ ਦੀ ਲੋੜ ਹੈ, ਹਿੰਮਤ ਦੀ ਲੋੜ ਹੈ, ਉਹਦੀ ਹੋਂਦ ਨੂੰ ਮਹਿਸੂਸ ਕਰਨ ਦੀ ਲੋੜ ਹੈ ਕਿ ਇਸੇ ਤਰ੍ਹਾਂ ਅਸੀਂ ਪੰਜਾਬ ਦੇ ਹਿੱਤਾਂ ਲਈ ਖੜੀਏ। ਅਸੀਂ ਸਾਰੇ ਇੱਕ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਿ ਸਿੱਖ ਸੰਗਤ ਟੀਵੀ ਵੱਲੋਂ ਇਹ ਜਿਹੜੇ ਪ੍ਰੋਗਰਾਮ 4 ਦਿਨ ਦੇ ਹੋਣੇ ਆ ਭਰਾ ਮੇਰਿਓ, ਉਹਦੀ ਸਾਰੀ ਫ੍ਰੀ ਆਫ ਕਾਸਟ ਫੀਡ ਮਿਲੂਗੀ। ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਅਸੀਂ ਵੀ ਚਾਹੁੰਦੇ ਹਾਂ ਕਿ ਤੁਸੀਂ ਸਾਰੇ ਚੈਨਲ ਹੋ, ਸਾਡੇ ਆਪਣੇ ਹੋ, ਤੁਸੀਂ ਮਾਣ ਵਧਾਇਆ ਸਾਨੂੰ, ਤੁਹਾਡੇ ਕਰਕੇ ਨੈਸ਼ਨਲ ਚੈਨਲਾਂ ਦੀ ਸਾਨੂੰ ਕਮੀ ਮਹਿਸੂਸ ਨਹੀਂ ਹੋਈ। ਟੂ ਬੀ ਵੈਰੀ ਓਨੈਸਟ, ਇਹ ਕੋਈ ਤੁਹਾਡੇ ਮੂੰਹ ਤੇ ਗੱਲ ਨਹੀਂ, ਤੁਹਾਡੀ ਪਿੱਠ ਤੇ ਵੀ ਇਹੀ ਗੱਲ ਹੈ। ਸੋ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਤੋਂ ਫ੍ਰੀ ਆਫ ਕਾਸਟ ਫੀਡ ਲਵੋ ਤੇ ਸਾਰੇ ਚੈਨਲਾਂ ਤੇ ਇਹ ਗੱਲ ਜਾਵੇ, ਕਿਉਂਕਿ ਉੱਥੇ ਬਹੁਤ ਸਾਰੀਆਂ ਸਿਆਣੀਆਂ ਗੱਲਾਂ ਹੋਣੀਆਂ। 3 ਘੰਟਿਆਂ ਦੇ ਵਿੱਚ ਮੈਨੂੰ ਲੱਗਦਾ ਬਹੁਤ ਸਾਰਿਆਂ ਦੇ ਸਵਾਲ ਹੈ ਜਿਹੜੇ ਘਰਾਂ 'ਚ ਬੈਠਿਆਂ ਦੇ ਸਾਡੇ ਭੈਣ ਭਰਾਵਾਂ ਦੇ ਜ਼ਿਹਨ 'ਚ, ਉਹ ਸਾਰੇ ਹੱਲ ਹੋਣਗੇ। ਸੋ ਬਹੁਤ ਬਹੁਤ ਆਦਰ ਔਰ ਸਤਿਕਾਰ ਤੁਹਾਡਾ ਸਾਰਿਆਂ ਦਾ। ਰੱਬ ਚੜ੍ਹਦੀ ਕਲਾ 'ਚ ਰੱਖੇ। ਸਤਿ ਸ਼੍ਰੀ ਅਕਾਲ।